ਸਤਿ ਸ੍ਰੀ ਅਕਾਲ ਦੋਸਤੋ। ਲੰਘੀ 18 ਮਾਰਚ ਤੋਂ ਪੰਜਾਬ ਦੇ ਵਿੱਚ ਇੱਕ ਵੱਡੀ ਕਾਰਵਾਈ ਚੱਲ ਰਹੀ ਹੈ, ਜੋ ਕਿ ਕਾਰਵਾਈ ਆਪਰੇਸ਼ਨ ਅੰਮ੍ਰਿਤਪਾਲ ਦੇ ਤਹਿਤ ਚੱਲ ਰਹੀ ਹੈ ਅਤੇ ਇਸ ਕਾਰਵਾਈ ਦੇ ਤਹਿਤ ਹੁਣ ਤੱਕ ਪੰਜਾਬ ਦੇ ਵਿੱਚ ਅਨੇਕਾਂ ਗ੍ਰਿਫਤਾਰੀਆਂ ਹੋਈਆਂ। ਪਰ ਉੱਥੇ ਹੀ ਵਾਰਿਸ ਪੰਜਾਬ ਦੀ ਜਥੇਬੰਦੀ ਦਾ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਹਾਲੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ, ਜਿਸ ਦੇ ਕਰਕੇ ਕਿ ਪਰਿਵਾਰ ਦੇ ਨਾਲ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਲੀਗਲ ਐਡਵਾਈਜ਼ਰ ਇਮਾਨ ਸਿੰਘ ਖਾਰਾ ਵੱਲੋਂ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਕਿ ਜੋ ਪੰਜਾਬ ਪੁਲਿਸ ਹੈ ਉਹ ਭਾਈ ਅੰਮ੍ਰਿਤਪਾਲ ਸਿੰਘ ਨੂੰ ਇਲੀਗਲ ਕਸਟਡੀ ਦੇ ਵਿੱਚ ਰੱਖ ਰਹੀ ਹੈ ਅਤੇ ਉਹਨਾਂ ਨੂੰ ਪੇਸ਼ ਨਹੀਂ ਕਰ ਰਹੀ, ਜਿਸ ਦੇ ਤਹਿਤ ਕਿ ਹੁਣ ਕੋਰਟ ਦੇ ਵਿੱਚੋਂ ਕੁਝ ਵੱਡੀ ਕਾਰਵਾਈ ਹੋਈ ਹੈ। ਜੋ ਮਾਨਯੋਗ ਹਾਈ ਕੋਰਟ ਵੱਲੋਂ ਗੱਲਬਾਤ ਅੱਜ ਦੀ ਪਟੀਸ਼ਨ ਦੀ ਸੁਣਵਾਈ ਦੇ ਦੌਰਾਨ ਕੀਤੀ ਗਈ ਹੈ ਅਤੇ ਜੋ ਖੁਲਾਸੇ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਲੀਗਲ ਐਡਵਾਈਜ਼ਰ ਇਮਾਨ ਸਿੰਘ ਖਾਰਾ ਨੇ ਮੀਡੀਆ ਦੇ ਵਿੱਚ ਕੀਤੇ ਨੇ, ਉਸ ਨੂੰ ਦੇਖ ਕੇ ਤਾਂ ਇੰਝ ਹੀ ਲੱਗਦਾ ਹੈ ਕਿ ਇਹ ਅੰਮ੍ਰਿਤਪਾਲ ਸਿੰਘ ਦੀ ਵੱਡੀ ਜਿੱਤ ਹੋਈ ਹੈ, ਕਿਉਂਕਿ ਇਮਾਨ ਸਿੰਘ ਖਾਰਾ ਦੇ ਮੁਤਾਬਕ ਜੋ ਕੋਰਟ ਹੈ ਉਸ ਵੱਲੋਂ ਪੰਜਾਬ ਪੁਲਿਸ ਨੂੰ ਝਾੜ ਵੀ ਪਾਈ ਗਈ ਹੈ ਕਿ ਇਹ ਗੱਲ ਯਕੀਨ ਦੇ ਵਿੱਚ ਨਹੀਂ ਆਉਂਦੀ ਕਿ ਇੰਨੀ ਵੱਡੀ ਪੁਲਿਸ ਫੋਰਸ ਹੋਣ ਦੇ ਬਾਵਜੂਦ ਵੀ ਕੋਈ ਦੋਸ਼ੀ ਇਸ ਤਰ੍ਹਾਂ ਕਿਵੇਂ ਲੰਘ ਸਕਦਾ ਹੈ ਬਿਨਾਂ ਗ੍ਰਿਫਤਾਰੀ ਤੋਂ। ਦੂਜੇ ਪਾਸੇ ਤੁਸੀਂ ਹੁਣ ਤੱਕ ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਨੇ ਤਾਂ ਉੱਥੇ ਇੱਕ ਸ਼ਖਸ ਜਿਹੜਾ ਕਿ ਮੇਨ ਇਸ ਮਾਮਲੇ ਦੇ ਵਿੱਚ ਦੋਸ਼ੀ ਤੁਸੀਂ ਕਹਿ ਰਹੇ ਹੋ ਉਸ ਨੂੰ ਹਾਲੇ ਤੱਕ ਕਿਉਂ ਗ੍ਰਿਫਤਾਰ ਨਹੀਂ ਕੀਤਾ। ਤਾਂ ਉੱਥੇ ਜੋ ਮੀਡੀਆ ਦੇ ਨਾਲ ਵੀ ਗੱਲਬਾਤ ਵੱਖ-ਵੱਖ ਵਕੀਲ ਸਾਹਿਬਾਨ ਦੀ ਹੋਈ ਹੈ ਅਤੇ ਕੇਂਦਰ ਸਰਕਾਰ ਤੱਕ ਨੂੰ ਵੀ ਪਾਰਟੀ ਬਣਾਇਆ ਗਿਆ ਇੱਕ ਕੇਸ ਦੇ ਵਿੱਚ, ਜੋ ਕਿ ਦਲਜੀਤ ਸਿੰਘ ਕਲਸੀ ਵਾਲਾ ਕੇਸ ਹੈ, ਜਿਨ੍ਹਾਂ ਤੇ NSA ਨੈਸ਼ਨਲ ਸਿਕਿਉਰਿਟੀ ਐਕਟ ਲਗਾ ਕੇ ਜਿਨ੍ਹਾਂ ਨੂੰ ਅਸਾਮ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਸੋ ਆਓ ਤੁਹਾਨੂੰ ਲੈ ਚੱਲਦੇ ਹਾਂ ਵਕੀਲ ਸਾਹਿਬਾਨ ਨੇ ਇਸ ਮੌਕੇ ਤੇ ਕੀ ਖੁਲਾਸੇ ਕੀਤੇ ਨੇ। ਹੋਰ ਖਬਰਾਂ ਦੇ ਲਈ ਸਵੈਗ ਪੰਜਾਬ TV ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਹਰ ਇੱਕ ਖਾਸ ਅਪਡੇਟ ਤੁਹਾਡੇ ਤੱਕ ਪਹੁੰਚੇ ਸਭ ਤੋਂ ਪਹਿਲਾਂ। ਵੱਲੋਂ ਉਹਦੇ ਭਰਾ ਨੇ ਦਾਇਰ ਕੀਤੀ ਸੀ ਵੀ ਜਦ ਦਾ ਉਹਨੂੰ ਚੁੱਕਿਆ ਸੀ ਨਾ ਤਾਂ ਮਿਲਾਇਆ ਨਾ ਸਾਨੂੰ ਕਿਸੇ ਨੂੰ ਦੱਸਿਆ ਕਿ ਬੰਦਾ ਕਿੱਥੇ ਬੰਦ ਹੈ ਕਿੱਥੇ ਨਹੀਂ ਹੈ। ਹੁਣ ਤੁਸੀਂ ਦੱਸਦੇ ਹੋ ਵੀ NSA 'ਚ ਬੰਦ ਹੈ, ਨਾ ਤੁਸੀਂ ਵਕੀਲਾਂ ਨੂੰ ਮਿਲਣ ਦੀ ਇਜਾਜ਼ਤ ਦੇ ਰਹੇ ਹੋ। ਉਹ ਜਿਹੜਾ NSA ਐਕਟ ਹੈ ਬੜਾ ਇੱਕ ਯੂਨੀਕ ਐਕਟ ਹੈਗਾ, ਉਹਦੇ ਹਰੇਕ ਚੀਜ਼ ਟਾਈਮ ਬਾਉਂਡ ਹੋਣੀ ਚਾਹੀਦੀ ਹੈ। ਉਹਨੂੰ ਟਾਈਮ ਬਾਉਂਡ ਜਿਹੜੀ ਚੀਜ਼ ਹੈ ਤਾਂ ਹੀ ਹੋ ਸਕਦੀ ਹੈ ਜੇ ਵਕੀਲ ਜਾ ਕੇ ਮਿਲਣ। ਹੁਣ ਵਕੀਲਾਂ ਨੂੰ ਤੁਸੀਂ ਮਿਲਣ ਨਹੀਂ ਦਿੰਦੇ ਤੇ ਨਾ ਉਹਨੂੰ ਰਿਪਰੈਜ਼ੈਂਟੇਸ਼ਨ ਦੇਣ ਦਾ ਕੋਈ ਮੌਕਾ ਹੈ। ਸੋ ਇੱਕ ਤਰੀਕੇ ਨਾਲ ਨਾ ਕੋਈ ਅਪੀਲ ਨਾ ਕੋਈ ਦਲੀਲ ਤੇ ਬੜੀ ਹਾਸੋਹੀਣੀ ਗੱਲ ਹੈ। ਸਰਕਾਰਾਂ ਕਿਸ ਤਰੀਕੇ ਨਾਲ 2500 ਕਿਲੋਮੀਟਰ ਦੂਰ ਬੰਦਿਆਂ ਨੂੰ ਭੇਜ ਕੇ ਇਹ ਕਹਿੰਦੀ ਵੀ ਵਕੀਲ ਵੀ ਨਾ ਮਿਲਣ। ਤੇ ਉਹਦੇ 'ਚ ਅੱਜ 10 ਤਰੀਕ ਵਾਸਤੇ ਨੋਟਿਸ ਕਰ ਦਿੱਤਾ। ਜਸਟਿਸ ਮੰਜਰੀ ਨਹਿਰੂ ਦੇ ਕੇਸ ਲੱਗਿਆ ਸੀਗਾ ਤੇ 10 ਤਰੀਕ ਨੂੰ ਉਹਦੀ ਸੁਣਵਾਈ ਹੋਏਗੀ। ਤੇ ਜਿਹੜਾ ਦੂਸਰਾ ਮੇਨ ਕੇਸ ਸੀਗਾ ਸਰ, ਉਹਦੇ ਵਿੱਚ ਅੱਜ ਕੋਰਟ ਨੇ ਕਿਹਾ ਕਿ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਇਲੀਗਲ ਕਸਟਡੀ ਹੈ ਤੇ ਤੁਸੀਂ ਟ੍ਰੈਡੀਸ਼ਨਲ ਜਿਹੜੀ ਫੈਕਟਸ ਹੈ ਬਣੇ ਉਹ ਕੋਰਟ ਦੇ ਸਾਹਮਣੇ ਰੱਖੋ ਤਾਂ ਕਿ ਅਸੀਂ ਵਾਰੰਟ ਆਫਿਸਰ ਉਸੇ ਹਿਸਾਬ ਨਾਲ ਅਪਾਇੰਟ ਕਰ ਦਈਏ। ਦੇਖੋ ਇਸ ਤਰ੍ਹਾਂ ਕਿ ਮੇਰਾ ਕੇਸ ਨਹੀਂ ਹੈ, ਪਰ ਅਦਾਲਤ ਨੇ ਇਹ ਕਿਹਾ ਹੈ ਵੀ ਐਡਵੋਕੇਟ ਜਨਰਲ ਦਾ ਇਹ ਬਿਆਨ ਹੈ ਵੀ ਇਲੀਗਲ ਕਸਟਡੀ ਨਹੀਂ ਹੈ। ਤੁਹਾਡੇ ਕੋਲ ਕੋਈ ਸਬੂਤ ਹੈਗਾ ਤੇ ਐਫੀਡੇਵਿਟ ਤੇ ਲਗਾਓ, ਐਫੀਡੇਵਿਟ ਤੇ ਲਗਾਓਗੇ ਮੈਂ ਕੰਸੀਡਰ ਕਰ ਲਾਂਗਾ। ਸੋ ਜਿਹੜਾ ਕੱਲ ਆਪਣਾ ਪੇਸ਼ ਕਰਨਗੇ, ਜੇ ਕੋਈ ਸਬੂਤ ਹੈਗੇ ਤੇ ਅਦਾਲਤ ਦੇਖ ਲੇਗੀ ਉਸ ਗੱਲ। हाँ इन सारे केसों में भारत सरकार सिर्फ एक केस में पार्टी है जहां एक डेटनू की धर्मपत्नी ने याचिका दायर की है कि उनके पति को प्रोड्यूस किया जाए, इलीगल डिटेंशन ऑर्डर वगैरह दिया जाए। उस केस में अदालत ने हमको 11 अप्रैल के लिए नोटिस जारी किया है। मिनिस्ट्री ऑफ होम अफेयर उसके अंदर उन्होंने पार्टी बनाई है। 10 अप्रैल तक हम रिप्लाई फाइल करेंगे। सिर्फ एक केस में हम पार्टी हैं, जो बाकी सारे 3-4 केसेस हैं उसमें भारत सरकार पार्टी नहीं है। उसमें कुछ कल पे रखे हैं जिन पर पंजाब सरकार रिप्लाई फाइल करेगी और किसी एक केस में पंजाब सरकार को भी 10 अप्रैल के लिए नोटिस जारी। कल के लिए कौन सा दलजीत सिंह कलसी वाला केस है? वो बता पाएंगे। 2-3 केस हैं। दलजीत सिंह कलसी वाला केस है, इसमें क्या कहा गया है? इसमें कुछ लोगों ने ये कहा है कि उनके जो संबंधी हैं या उनके जो मित्र हैं वो इलीगल कस्टडी में हैं, उनको गिरफ्तार किया गया। उसके संबंध में उन्होंने कहा कि पंजाब सरकार कल अपना जवाब फाइल करेगी। सर, हाईकोर्ट की एक ऑब्जर्वेशन भी है कि अगर पुलिस कस्टडी में कोई है तो जो पिटिशनर है याचिकाकर्ता के प्रति वो हाईकोर्ट को बताएं कि कोई प्रूफ है तो हाईकोर्ट जो है इंक्वायरी भी मांग करेगा। लेकिन प्रूफ देखिए, एक बात आप समझ लीजिए, हैबियस कार्पस पिटिशन का मतलब क्या होता है? हैबियस कार्पस पिटिशन का मतलब ये होता है कि आपको किसी पुलिस स्टेशन में, किसी ऑफिस में, किसी घर में इलीगली डिटेन किया गया है और हाईकोर्ट आपको अपना वारंट ऑफिसर भेज के ये बताए कि वहाँ जाए, चेक करे और उस बंदे को रिलीज करे। तो हाईकोर्ट बार बार पूछ रहा है, वो यही पूछ रहा है कि आप ये बताइए कि आपके मुताबिक वो कहाँ पे है।
जगरांव में है, लुधियाना में है, अमृतसर में है, जहां आप कहोगे वहीं तो वारंट ऑफिसर जाएगा। ऐसा तो नहीं होगा कि वारंट ऑफिस लेके वो सारे उसमें घूमता जाए। तो आज ये हाईकोर्ट ने उनके दूसरे वकीलों को ये भी कहा है कि आप इस संबंध में जो भी आपके पास एविडेंस है, मटीरियल है, वो अगर वो रिकॉर्ड पे लाते हैं तो अदालत उसके मुताबिक कार्रवाई करेगी। ठीक है, थैंक यू। आज सर जो सुनवाई हुई सी मानयोग हाईकोर्ट ਦੇ ਵਿੱਚ ਤੇ ਜੋ ਪੰਜਾਬ ਸਰਕਾਰ ਵਾਲੇ ਪਾਸੋਂ ਜੋ ਐਡਵੋਕੇਟ ਜਨਰਲ ਸਾਹਿਬ ਪੇਸ਼ ਹੋਏ ਸੀ ਤੇ ਜੋ ਐਮਿਕਸ ਕਿਉਰੀ ਜੱਜ ਸਾਹਿਬ ਨੇ ਜਿਨ੍ਹਾਂ ਦੀ ਡਿਊਟੀ ਲਾਈ ਸੀ ਤਨੂ ਬੇਦੀ ਮੈਮ ਜੋ ਫਰੈਂਡ ਆਫ ਕੋਰਟ ਹੁੰਦੇ ਨੇ ਉਹ ਪੇਸ਼ ਹੋਏ ਸੀ ਤੇ ਮੈਂ ਬੀਇੰਗ ਦਾ ਪਟੀਸ਼ਨਰ ਤੇ ਮੇਰੇ ਜੋ ਵਕੀਲ ਸਾਹਿਬ ਨੇ ਐਡਵੋਕੇਟ Ready? Sure. ਕੀ ਵੀ ਜੋ ਸਾਡੀਆਂ ਏਜੰਸੀਆਂ ਦੇ ਨਾਲ ਜੋ ਪੂਰਾ ਕੋਆਰਡੀਨੇਸ਼ਨ ਚੱਲ ਰਹੀ ਹੈ ਤੇ ਉਸ ਤੋਂ ਬਾਅਦ ਜੋ ਜੱਜ ਸਾਹਿਬ ਨੇ ਕਿਹਾ ਵੀ ਤੁਸੀਂ ਐਫੀਡੇਵਿਟ ਦੇ ਉੱਪਰ ਇਹ ਗੱਲ ਰੱਖੋ ਤੇ ਸਾਨੂੰ ਵੀ ਕਿਹਾ ਵੀ ਅਸੀਂ ਜਿਵੇਂ ਜੋ ਸਾਡੀ ਪਟੀਸ਼ਨ ਵਿੱਚ ਗਰਾਊਂਡ ਹੈ ਵੀ ਭਾਈ ਅਮਰਤਪਾਲ ਸਿੰਘ ਪੁਲਿਸ ਦੀ ਗਿਰਫਤ ਵਿੱਚ ਨੇ ਤੇ ਅਸੀਂ ਵੀ ਆਪਦਾ ਐਫੀਡੇਵਿਟ ਦਈਏ ਤੇ ਉਸ ਨਾਲ ਜਿੰਨਾ ਵੀ ਸਾਡਾ ਜੋ ਸਪੋਰਟਿੰਗ ਐਵੀਡੈਂਸ ਹੈ ਉਹ ਸਪੋਰਟਿੰਗ ਐਵੀਡੈਂਸ ਵੀ ਅਸੀਂ ਇੱਕ ਐਪਲੀਕੇਸ਼ਨ ਲਾ ਕੇ ਜੋ ਮਾਨਯੋਗ ਅਦਾਲਤ ਅੱਗੇ ਰੱਖਾਂਗੇ ਤੇ ਜੋ ਕੱਲ ਨੂੰ ਇਸ ਕੇਸ ਦੀ ਜੋ ਅਗਲੀ ਸੁਣਵਾਈ ਰੱਖੀ ਹੈ ਜੀ 29 ਮਾਰਚ ਨੂੰ ਤੁਸੀਂ ਵਾਰੰਟ ਅਫਸਰ ਲਗਾਉਣ ਦੇ क्या डॉक्यूमेंट दे सर? नहीं सर हमने आज जो ਅਸੀਂ ਜੋ ਆਦੀ ਐਪਲੀਕੇਸ਼ਨ ਲਾਉਣੀ ਹੈ ਤੇ ਕੱਲ ਨੂੰ डॉक्यूमेंट्स ऑन रिकॉर्ड आ जाएंगे। हिंदी कर लिए, हिंदी में। खारा साहब ये बताएं कि आज कोर्ट में क्या हुआ है, सरकार ने क्या कहा, आपने क्या कहा? नहीं सर जो आज जो सरकार की तरफ से जो एडवोकेट जनरल साहब पेश हुए थे और जो तन्नू बेदी मैम है जो एमिकस क्योरी है फ्रेंड ऑफ कोर्ट है जिनको जज साहब ने अपॉइंट किया था वो पेश हुए थे और मैं इस केस में पटिशनर हूँ बीइंग द लीगल एडवाइजर ऑफ वारिस पंजाब के जथेबंदी और मेरी तरफ से एडवोकेट जजप्रीत सिंह वड़िंग पेश हुए थे। तो वहाँ पर जो एजी साहब ने ये एडवोकेट जनरल साहब ने बात कही कि जो भाई अमृतपाल सिंह की अरेस्ट नहीं हुई है और सारी एजेंसियों के साथ जो बातचीत चल रही है तो उस पर जो जज साहब ने कहा भी आप एफिडेविट पे ये बात बोल दो कोर्ट में और हमको कहा भी आपके पास अगर कोई सबूत है एफिडेविट कोई एविडेंस है तो आप पेश कर दो। तो उस पर हमने जो एक एप्लीकेशन लगाएंगे और जितना भी हमारे पास जो हम एविडेंस कलेक्ट कर सके जहाँ जिन्होंने लोगों ने हमको भेजा जितना भी हमारे पास है वो हम एप्लीकेशन के थ्रू कल को 29 मार्च की सुनवाई रखी है तो कल तक वो पेश कर देंगे। आपने वारंट अफसर की डिमांड की थी कि वारंट अफसर हमें दिया गया? नहीं वो शुरू में की थी जब 21 मार्च को ये एप्लीकेशन फाइल की थी उसके बाद आज हमारी कोई वारंट ऑफिसर की प्रेयर नहीं थी क्योंकि हमें पता नहीं है वारंट ऑफिसर होता भी कोई खास पुलिस स्टेशन में रेड करवाना हो तो हमें अभी तक इतना पता नहीं है किसी मर्जी पुलिस स्टेशन में हो सकते हैं भाई अमृतपाल सिंह कहीं मर्जी हो सकते हैं। तो सरकार ने क्या कहा है कि अमृतपाल को पकड़ने के बिल्कुल नजदीक है सरकार या क्या कहा है? हाँ जी जो एडवोकेट जनरल साहब ने जो बातें हुई हैं कोर्ट में ऑन रिकॉर्ड हुई हैं उन्होंने कहा भी हम काफी नजदीक हैं अमृतपाल को पकड़ने। ये एडवोकेट जनरल साहब की स्टेटमेंट थी ये मेरी स्टेटमेंट नहीं है। तो आपकी क्या स्टेटमेंट है इसको लेकर? नहीं देखो मेरी तो वही स्टेटमेंट है जो मैंने पिटीशन डाली है हेबियस कॉर्पस की पिटीशन डाली है भी जो भाई अमृतपाल सिंह इनकी इलीगल कस्टडी में है और वो उनको प्रोड्यूस करें जो लीगल कार्रवाई है जो वारिस पंजाब की जथेबंदी है वो कर रही है जितने भी नौजवान हैं चाहे असम में NSA लगे हैं उनकी भी जो लीगल प्रोसीडिंग्स है लीगल पैरवी है सारी वारिस पंजाब की जथेबंदी करेगी। वारिस पंजाब की लीगल टीम वहां पर जाएगी सारा जायजा लेगी वहां जो कानूनी प्रोसीडिंग्स वहां पर करनी वाली असम में वो वारिस पंजाब की जथेबंदी करेगी और नहीं कोई। और यहाँ पर भी जितने भी नौजवानों पर ये जिनको इलीगल कस्टडी में जो 200-250 नौजवानों को पंजाब में इलीगल कस्टडी में रखा था उनकी जो सारी की सारी जो लीगल कार्रवाई है वारिस पंजाब दे कर रही है और वारिस पंजाब दे करेगी। लेकिन सरकार तो कह रही है हमने रिलीज कर दिया है उनको। नहीं काफी शायद मेरी जितना मैंने न्यूज में देखा था न्यूज मीडिया में देखा था कुछ को रिलीज कर दिया है और अभी तक काफी अंदर हैं काफी के जो गार्डियंस हैं पेरेंट्स हैं उनके मुझे फोन आ रहे हैं किसी को 353 में झूठे केस में फंसा दिया किसी और झूठे केस में उनमें डाला जा रहा है 107-52 की उनकी बेलें रिजेक्ट कर दी जो होना नहीं चाहिए था। तो उन सभी की जो लीगल प्रोसीडिंग की पैरवी है वो वारिस पंजाब दे करेगी। तो तरह तरह की चर्चाएं भी चल रही हैं क्योंकि